ਧੰਨ ਵਾਹਿਗੁਰੂ ਜੀਓ। ਮਹੱਲਾ ਪਹਿਲਾ। ਸੱਚ ਤਾਂ ਪਰ ਜਾਣੀਐ, ਜਾਂ ਹਿਰਦੈ ਸੱਚਾ ਹੋਇ। ਕੂੜ ਕੀ ਮਾਲਿ ਉਤਰੈ, ਤਨ ਕਰੇ ਹੱਛਾ ਧੋਇ। ਸੱਚ ਤਾਂ ਪਰ ਜਾਣੀਐ, ਜਾਂ ਸੱਚ ਧਰੇ ਪਿਆਰ। ਨਾਉ ਸੁਣ ਮਨ ਰਹਸੀਐ, ਤਾਂ ਪਾਏ ਮੋਖ ਦੁਆਰ। ਸੱਚ ਤਾਂ ਪਰ ਜਾਣੀਐ, ਜਾਂ ਜੁਗਤ ਜਾਣੈ ਜੀਓ। ਧਰਤ ਕਾਇਆ ਸਾਧਕੈ, ਵਿੱਚ ਦੇ ਕਰਤਾ ਬੀਓ। ਸੱਚ ਤਾਂ ਪਰ ਜਾਣੀਐ, ਜਾਂ ਸਿੱਖ ਸੱਚੀ ਲੇ। ਦਇਆ ਜਾਣੈ ਜੀ ਕੀ, ਕਿਛ ਪੁੰਨ ਦਾਨ ਕਰੇ। ਸੱਚ ਤਾਂ ਪਰ ਜਾਣੀਐ, ਜਾਂ ਆਤਮ ਤੀਰਥ ਕਰੇ ਨਿਵਾਸ। ਸਤਿਗੁਰੂ ਨੋ ਪੁੱਛ ਕੈ, ਬਹਿ ਰਹੈ ਕਰੇ ਨਿਵਾਸ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਇ। ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਇ। ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ, ਗਰੀਬ ਨਵਾਜ, ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੇ ਪਾਵਨ ਹਜ਼ੂਰ, ਸੱਜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀਓ। ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ, ਆਪਣੀ ਮੁਬਾਰਕ ਚਰਨ ਸ਼ਰਨ ਵਿੱਚ ਜੁੜ ਬੈਠਣ ਦਾ, ਬਾਣੀ ਨਾਲ ਸਾਂਝ ਬਣਾਉਣ ਦਾ ਇਹ ਸੁਭਾਗ ਸਮਾਂ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤਾ ਹੈ। ਸਤਿਗੁਰੂ ਦੀ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਲੜੀਵਾਰ ਆਸਾ ਕੀ ਵਾਰ ਦੀ ਅੰਮ੍ਰਿਤ ਬਾਣੀ ਦੀ ਵਿਚਾਰ ਆਪਾਂ ਇਹਨਾਂ ਦੀਵਾਨਾਂ ਦੇ ਵਿੱਚ ਕਰ ਰਹੇ ਹਾਂ। 10ਵੀਂ ਪੌੜੀ ਦੇ ਨਾਲ ਸੰਬੰਧਿਤ ਇਹ ਦੂਸਰਾ ਸ਼ਲੋਕ ਹੈ, ਜਿਸ ਦਾ ਪਾਠ ਆਪ ਜੀ ਨੇ ਹੁਣੇ ਹੀ ਸਰਵਣ ਕੀਤਾ ਹੈ। ਪਹਿਲੇ ਸ਼ਲੋਕ ਦੀ ਵਿਚਾਰ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਕੀਤੀ ਸੀ। ਪਾਤਸ਼ਾਹ ਜੀ ਨੇ ਉਸ ਸ਼ਲੋਕ ਦੇ ਅੰਦਰ ਬੜੇ ਭਾਵਪੂਰਤ ਬਚਨ ਬਖਸ਼ਿਸ਼ ਕੀਤੇ। ਨਾਨਕ ਵਖਾਣੈ ਬੇਨਤੀ, ਤੁਧ ਬਾਝ ਕੂੜੋ ਕੂੜ। ਹੇ ਮੇਰੇ ਅਕਾਲ ਪੁਰਖ ਵਾਹਿਗੁਰੂ, ਤੂੰ ਨਹੀਂ ਹੈ, ਤੇਰੇ ਹੋਣ ਦਾ ਜੇ ਮਨੁੱਖ ਦੇ ਜੀਵਨ ਵਿੱਚ ਅਹਿਸਾਸ ਨਹੀਂ ਹੈ,
ਜਦੋਂ ਮਨੁੱਖ ਤੇਰੀ ਹੋਂਦ ਤੋਂ ਟੁੱਟਿਆ ਹੋਇਆ ਹੋਵੇ, ਤੇਰੇ ਗੁਣਾਂ ਤੋਂ, ਤੇਰੇ ਹੁਕਮ ਤੋਂ, ਤੇਰੇ ਨਾਮ ਤੋਂ ਵਾਂਝਾ ਹੋਵੇ, ਵਿਰਵਾ ਹੋਵੇ, ਖਾਲੀ ਹੋਵੇ, ਤਾਂ ਚਾਰ ਚੁਫੇਰੇ ਤੇਰੇ ਤੋਂ ਬਿਨਾਂ ਕੂੜ ਹੀ ਕੂੜ ਹੈ। ਸਾਰਾ ਕੁਝ ਵਿਅਰਥ ਹੈ, ਕੂੜ ਦਾ ਵਰਤਾਰਾ ਹੈ। ਕੀ ਖਾਣਾ, ਕੀ ਪਹਿਨਣਾ, ਕੀ ਹੰਢਾਉਣਾ, ਕੀ ਇਹ ਦੇਹੀ, ਕੀ ਰਾਜਾ ਤੇ ਪਰਜਾ, ਇਹ ਸਾਰਾ ਸੰਸਾਰ ਹੀ ਕੂੜ ਰੂਪ ਹੋ ਜਾਂਦਾ ਹੈ। ਅਗਰ ਤੈਨੂੰ ਮਹਿਸੂਸ ਕਰੀਏ, ਤੈਨੂੰ ਜਾਣੀਏ, ਤੇਰੇ ਨੇੜੇ ਰਹੀਏ, ਤਾਂ ਇਸ ਮਿਥਿਆ ਨਾਸ਼ਵੰਤ ਸੰਸਾਰ ਦੇ ਵਿੱਚ ਵੀ ਹੇ ਸੱਚੇ ਤੂੰ ਹੀ ਹਰ ਜਗ੍ਹਾ 'ਤੇ ਮਹਿਸੂਸ ਹੁੰਦਾ ਅਤੇ ਭਾਸਦਾ ਹੈ। ਸੋ ਗੁਰੂ ਦੇਵ ਨੇ ਉਸ ਪਾਵਨ ਸ਼ਲੋਕ ਦੇ ਵਿੱਚ ਅਜਿਹੇ ਭਾਵ ਸਾਨੂੰ ਬਿਆਨ ਕਰਕੇ ਦੱਸੇ। ਜਦੋਂ ਸਤਿਗੁਰੂ ਨੇ ਅਖੀਰਲੀ ਪੰਕਤੀ ਉਚਾਰਨ ਕੀਤੀ ਤਾਂ ਫਰਮਾਇਆ, ਨਾਨਕ ਵਖਾਣੈ ਬੇਨਤੀ ਤੁਧ। ਤੁਧ ਬਾਝ, ਤੁਧ ਸ਼ਬਦ ਜਿਹੜਾ ਹੈ ਤੇਰਾ, ਤੇਰੇ ਤੋਂ ਬਿਨਾਂ। ਹੇ ਮੇਰੇ ਮਾਲਕ, ਪਰਮੇਸ਼ਰ ਨੂੰ ਮਹਾਰਾਜ ਨੇ ਫਰਮਾਇਆ। ਸੋ ਪਰਮੇਸ਼ਰ ਦੇ ਲਿਖਾਏ ਕਾਨੇ ਲਫ਼ਜ਼। ਹੁਣ ਉਸ ਸੱਚ ਨੂੰ ਕਿਵੇਂ ਜਾਣਿਆ ਜਾ ਸਕਦਾ ਹੈ, ਅਤੇ ਸੱਚ ਨੂੰ ਜਾਣ ਕੇ ਜੀਵਨ ਕਿਸ ਤਰ੍ਹਾਂ ਦਾ ਹੁੰਦਾ ਹੈ, ਕੀ ਪ੍ਰਾਪਤੀਆਂ ਮਨੁੱਖ ਦੇ ਜੀਵਨ 'ਚ ਆਉਂਦੀਆਂ ਨੇ, ਇਸ ਨੂੰ ਤਫਸੀਲ ਸਹਿਤ ਇਸ ਦੀ ਵਿਆਖਿਆ ਮਹਾਰਾਜ ਨੇ ਅਗਲੇਰੇ ਸ਼ਲੋਕ ਵਿੱਚ ਕੀਤੀ। ਗੁਰੂ ਦੇਵ ਫਰਮਾ ਰਹੇ ਹਨ, ਸੱਚ ਤਾਂ ਪਰ ਜਾਣੀਐ। ਸੱਚ ਨੂੰ ਤਦੋਂ ਹੀ ਜਾਣਿਆ ਜਾ ਸਕਦਾ ਹੈ ਜਾਂ ਹਿਰਦਾ ਸੱਚਾ ਹੋਏ। ਉਹ ਪਰਮੇਸ਼ਰ ਆਪਣੀ ਕੁਦਰਤ ਵਿੱਚ ਨਿਰੰਤਰ ਵਰਤ ਰਿਹਾ ਹੈ। ਉਹ ਪਰਮੇਸ਼ਰ ਦਾ ਨਾਮ ਵੀ ਸੱਚ ਹੈ, ਉਹਦੀ ਹਸਤੀ ਵੀ ਸੱਚ ਹੈ, ਉਹਦੀ ਰਚਨਾ ਵੀ ਸੱਚ ਹੈ। ਸੱਚ ਦੇ ਸਾਰੇ ਪਹਿਲੂਆਂ ਨੂੰ ਤਦੋਂ ਹੀ ਜਾਣਿਆ ਜਾ ਸਕਦਾ ਹੈ ਜੇ ਹਿਰਦੇ ਵਿੱਚ, ਅੰਤਰ-ਆਤਮੇ ਦੇ ਵਿੱਚ ਉਸ ਸੱਚੇ ਦੀ ਹੋਂਦ ਦਾ ਯਕੀਨ ਹੋਵੇ। ਕਿੰਨੀ ਖੂਬਸੂਰਤ ਗੱਲ ਹੈ। ਜਗਤ ਵਿੱਚ ਵਿਚਰਦਿਆਂ ਜੇ ਇਸੇ ਹੀ ਕਥਨ ਨੂੰ ਸਧਾਰਨ ਪੱਧਰ ਉੱਤੇ ਸਮਝੀਏ, ਜਗਤ ਵਿੱਚ ਕੌਣ ਹੈ ਜਿਹੜਾ ਦੁਨੀਆ ਵਿੱਚ ਵਿਚਰਦਿਆਂ ਇਹ ਗੱਲ ਕਹੇ ਕਿ ਮੈਂ ਝੂਠਾ ਹਾਂ। ਹਰ ਜੀਵ ਇਹੀ ਕਹੇਗਾ ਮੈਂ ਸੱਚਾ ਹਾਂ, ਕਿਉਂਕਿ ਅਸੀਂ ਜਿਹੜੇ ਸੱਚੇ ਹਾਂ ਉਸ ਨੂੰ ਅਸੀਂ ਸਾਬਤ ਕਰਦੇ ਹਾਂ, ਜੋੜ ਤੋੜ ਨਾਲ ਸਾਬਤ ਕਰਦੇ ਹਾਂ, ਚਲਾਕੀ ਨਾਲ ਸਾਬਤ ਕਰਦੇ ਹਾਂ। ਉਹ ਸਾਨੂੰ ਸਾਬਤ ਕਰਨਾ ਪੈਂਦਾ ਹੈ, ਔਰ ਉਸ ਨੂੰ ਸਾਬਤ ਕਰਨ ਵਾਸਤੇ ਸਾਨੂੰ ਵੀ ਪਤਾ ਕਿੰਨਾ ਜ਼ੋਰ ਲੱਗਦਾ ਦਿਮਾਗੀ ਤੌਰ 'ਤੇ। ਪਰ ਗੁਰੂ ਮਹਾਰਾਜ ਕਹਿੰਦੇ ਨੇ ਇੱਕ ਉਹ ਹੈ ਜਿਸ ਨੂੰ ਸਾਬਤ ਕਰਨ ਦੀ ਲੋੜ ਨਹੀਂ ਕਿ ਮੈਂ ਹਾਂ। ਉਹ ਪਰਮੇਸ਼ਰ ਵਾਹਿਗੁਰੂ ਸਦੀਵ ਕਾਲ ਹੋਂਦ ਰੱਖਣ ਵਾਲਾ, ਭਾਵੇਂ ਕੋਈ ਲੱਖ ਉਸ ਤੋਂ ਮੁਨਕਰ ਹੋਵੇ, ਉਹਨੂੰ ਨਾ ਮੰਨੇ, ਉਹਦੇ ਤੋਂ ਮੁਨਕਰ ਹੋਵੇ, ਉਹਦਾ ਧਿਆਨ ਨਾ ਕਰੇ, ਉਹਦੇ ਗੁਣਾਂ ਦਾ ਚਿੰਤਨ ਨਾ ਕਰੇ, ਕੁਝ ਵੀ ਹੋਵੇ, ਪਰ ਉਹ ਹੈ ਔਰ ਹੈ। ਆਦਿ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਜਗਤ ਗੁਰੂ ਮਹਾਰਾਜ ਨੇ ਫਰਮਾਇਆ ਵੀ ਉਹ ਮੁੱਢ ਕਦੀਮ ਤੋਂ ਹੀ ਹੋਂਦ ਵਾਲਾ ਹੈ, ਸਮੇਂ ਦੇ ਚੱਲਣ ਤੋਂ ਵੀ ਪਹਿਲਾਂ ਹੈ, ਅੱਜ ਵੀ ਹੈ, ਉਹੀ ਰਹੇਗਾ। ਮਹਾਰਾਜ ਕਹਿੰਦੇ ਨੇ ਸੱਚ ਤਾਂ ਪਰ ਜਾਣੀਐ ਜਾਂ ਹਿਰਦਾ ਸੱਚਾ। ਜਦੋਂ ਹਿਰਦੇ ਦੇ ਵਿੱਚ ਉਹ ਸੱਚੇ ਪਰਮੇਸ਼ਰ ਦਾ ਵਾਸਾ ਹੋਵੇ, ਉਹਦੀ ਹੋਂਦ ਦਾ ਅਹਿਸਾਸ ਹੋਵੇ, ਤਦੋਂ ਉਹ ਸੱਚ ਕਿੰਨੇ ਪਹਿਲੂਆਂ ਵਿੱਚ ਵੱਖ-ਵੱਖ ਥਾਵਾਂ 'ਤੇ ਇੱਕੋ ਹੀ ਸੱਚ ਵਰਤ ਰਿਹਾ ਹੈ, ਉਹਦੀ ਸਮਝ, ਉਹਦੀ ਅਕਲ, ਇਉਂ ਕਹਿ ਲਓ ਵੀ ਉਹਦੀ ਸੋਝੀ ਜੀਵ ਨੂੰ ਆ ਜਾਂਦੀ ਹੈ। ਜਦ ਹਿਰਦਾ ਸੱਚਾ ਹੋਵੇ ਫਿਰ ਬਖਸ਼ਿਸ਼ ਕੀ ਹੁੰਦੀ ਹੈ? ਮਹਾਰਾਜ ਕਹਿੰਦੇ ਕੂੜ ਕੀ ਮਲ ਉਤਰ ਹੈ, ਕਿਉਂਕਿ ਚਾਨਣ ਅਤੇ ਹਨੇਰਾ ਦੋਵੇਂ ਇਕੱਠੇ ਨਹੀਂ ਰਹਿ ਸਕਦੇ। ਅੰਧਕਾਰ ਹੈ, ਹਨੇਰਾ ਹੈ, ਤੁਸੀਂ ਦੀਵਾ ਬਾਲੋਗੇ, ਲਾਈਟ ਔਨ ਕਰੋਗੇ
ਪ੍ਰਕਾਸ਼ ਹੋ ਜਾਏਗਾ, ਹਨੇਰਾ ਉੱਥੋਂ ਪਲਾਇਨ ਕਰ ਜਾਏਗਾ। ਜਦੋਂ ਸੱਚਾ ਹਿਰਦੇ ਵਿੱਚ ਵਸ ਜਾਏਗਾ ਤੇ ਕੂੜ ਦੀ ਮੈਲ ਹਿਰਦੇ ਵਿੱਚ ਨਹੀਂ ਰਹੇਗੀ, ਉਹ ਉਤਰੇਗੀ ਹੀ ਉਤਰੇਗੀ। ਉਸਨੇ ਜਾਣਾ ਹੀ ਜਾਣਾ ਹੈ। ਉਹ ਓਨਾ ਚਿਰ ਹੈ ਜਿੰਨਾ ਚਿਰ ਸੱਚ ਦਾ ਅਭਾਵ ਹੈ, ਚਾਨਣ ਨਹੀਂ ਹੋਇਆ, ਪ੍ਰਕਾਸ਼ ਨਹੀਂ ਹੋਇਆ, ਉਹਨਾਂ ਚਿਰ ਕੂੜ ਟਿਕਿਆ ਰਹੇਗਾ। ਪਰ ਜਦੋਂ ਉਸ ਸੱਚ ਦਾ ਪ੍ਰਕਾਸ਼ ਹਿਰਦੇ ਵਿੱਚ ਹੁੰਦਾ ਹੈ, ਕੂੜ ਦੀ ਮੈਲ ਨਹੀਂ ਰਹਿੰਦੀ, ਉਹ ਧੁੱਪ ਜਾਂਦਾ ਹੈ। ਕੂੜ ਕੀ ਮਾਲੇ ਉਤਰੈ ਤਨ ਕਰੇ ਹੱਛਾ ਧੋਏ। ਇੱਥੇ ਤਨ ਤੋਂ ਭਾਵ ਹੈ ਵੀ ਮਨੁੱਖ ਆਪਣੇ ਗਿਆਨ ਇੰਦਰੀਆਂ ਨੂੰ ਪਾਵਨ ਕਰ ਲੈਂਦਾ ਹੈ, ਪਵਿੱਤਰ ਕਰ ਲੈਂਦਾ ਹੈ ਸੱਚ ਨਾਲ ਧੋ ਕੇ। ਦੇਹ ਨੂੰ ਤਾਂ ਅਸੀਂ ਪਾਣੀ ਨਾਲ, ਸਾਬਣ ਨਾਲ ਧੋ ਲਈਏ, ਅੰਗ ਪੈਰ ਹੱਥ ਸਰੀਰ ਜਿਹੜਾ ਹੈ ਉਹ ਮੈਲ ਤੋਂ ਰਹਿਤ ਹੋ ਜਾਂਦਾ। ਪਰ ਹਿਰਦੇ ਦੀ ਨਿਰਮਲਤਾ ਅਤੇ ਪਾਵਨਤਾ ਉਹਨਾਂ ਚਿਰ ਨਹੀਂ ਬਣਦੀ, ਅੰਦਰ ਪਵਿੱਤਰਤਾ ਉਹਨਾਂ ਚਿਰ ਨਹੀਂ ਆਉਂਦੀ ਜਿੰਨਾ ਚਿਰ ਮਨੁੱਖ ਸੱਚ ਦੇ ਨੇੜੇ ਨਾ ਹੋਵੇ। ਉਹ ਪਵਿੱਤਰਤਾ ਕੀ ਹੈ? ਉਹ ਹੈ ਖਿਆਲਾਂ ਦਾ ਸ਼ੁੱਧ ਹੋਣਾ, ਮਾਨਸਿਕਤਾ ਦਾ ਪਵਿੱਤਰ ਹੋਣਾ। ਸਾਡੇ ਅੰਦਰ ਦੇ ਜਦੋਂ ਸੰਕਲਪ ਫੁਰਨੇ ਸ਼ੁੱਧ ਹੋ ਜਾਣ, ਪਾਕ ਹੋ ਜਾਣ, ਮੈਲ ਰਹਿਤ ਹੋ ਜਾਣ, ਉਹਨਾਂ 'ਚ ਕੂੜ ਨਾ ਰਵੇ, ਤਾਂ ਉਸ ਵੇਲੇ ਮਹਾਰਾਜ ਨੇ ਮੰਨਿਆ ਵੀ ਜੀਵ ਪਵਿੱਤਰ ਹੋ ਗਿਆ। ਵਰਨਾ ਦੇਈ ਤਾਂ ਤੀਰਥਾਂ ਉੱਤੇ ਕੁੱਲ ਦੁਨੀਆ ਹੀ ਧੋਂਦੀ ਹੈ। ਸਾਹਿਬ ਸਤਿਗੁਰੂ ਮਹਾਰਾਜ ਕਹਿੰਦੇ ਨੇ ਕੂੜ ਕੀ ਮਲ ਉਤਰ ਹੈ। ਉਹਨਾਂ ਦੇ ਹਿਰਦੇ ਤੋਂ ਝੂਠ ਦੀ ਕੂੜ ਦੀ ਮੈਲ ਉਤਰ ਜਾਂਦੀ, ਤਨ ਕਰੇ ਹੱਛਾ ਧੋਏ। ਮੰਨ ਲਓ ਜਿਵੇਂ ਕੋਈ ਆਪਣੇ ਤਨ ਨੂੰ ਧੋ ਕੇ ਸਾਫ਼ ਕਰ ਲੈਂਦਾ ਹੈ, ਇਵੇਂ ਉਹਦੇ ਗਿਆਨ ਇੰਦਰੇ ਪਾਵਨ ਹੋ ਜਾਂਦੇ ਨੇ, ਪਵਿੱਤਰ ਹੋ ਜਾਂਦੇ ਨੇ। ਫਿਰ ਮਹਾਰਾਜ ਕਹਿੰਦੇ ਸੱਚ ਤਾਂ ਪਰ ਜਾਣੀਐ ਜਾਂ ਸੱਚ ਧਰੇ ਪਿਆਰ। ਸੱਚ ਨੂੰ ਤਦੋਂ ਹੀ ਜਾਣਿਆ ਸਮਝੋ ਅਗਰ ਸੱਚ ਨਾਲ ਪ੍ਰੇਮ ਹੈ। ਪ੍ਰੇਮ ਵੀ ਹੋਣਾ ਸੱਚ ਨਹੀਂ ਹੁੰਦਾ, ਜੋੜ ਤੋੜ ਹੁੰਦਾ ਹੈ। ਵੀ ਜਿੱਥੇ ਜ਼ਰੂਰਤ ਹੈ ਉੱਥੇ ਮਨੁੱਖ ਕਹਿੰਦਾ ਹੈ ਮੈਂ ਜੀ ਸੱਚ ਤੇ ਚੱਲ ਰਿਹਾ। ਕਈ ਵਾਰ ਮਨੁੱਖ ਐਸਾ ਵੀ ਕਹਿੰਦਾ ਭਲਾ ਕਰਨ ਲਈ ਝੂਠ ਬੋਲਣਾ ਪਵੇ ਤਾਂ ਬੋਲ ਲੈਣਾ ਚਾਹੀਦਾ। ਜਿਸ ਚੀਜ਼ ਨਾਲ ਪ੍ਰੇਮ ਹੋਏਗਾ ਉਹ ਸਾਡੇ ਹੱਥੋਂ ਨਹੀਂ ਛੁੱਟੇਗੀ, ਉਸ ਤੋਂ ਦੂਰ ਨਹੀਂ ਹੋਇਆ ਜਾ ਸਕੇਗਾ ਇੱਕ ਪਲ ਲਈ ਵੀ। ਕੀ ਫਾਇਦਾ ਹੈ, ਕੀ ਨੁਕਸਾਨ ਹੈ, ਇਹ ਗੱਲਾਂ ਫਿਰ ਮਾਇਨੇ ਨਹੀਂ ਰੱਖਦੀਆਂ। ਕਿਉਂਕਿ ਸੱਚ ਜੀਵਨ ਦਾ ਆਧਾਰ ਜਿਸ ਵੇਲੇ ਹੋ ਜਾਂਦਾ ਹੈ, ਤੁਸੀਂ ਉਸ ਤੋਂ ਬਿਨਾਂ ਇੱਕ ਸਾਹ ਵੀ ਨਹੀਂ ਤੁਰ ਸਕਦੇ। ਉਸ ਤੋਂ ਬਿਨਾਂ ਜੀਣਾ ਹੀ ਦੁੱਭਰ ਹੈ, ਉਸ ਤੋਂ ਬਿਨਾਂ ਜੀਣਾ ਹੀ ਔਖਾ ਹੈ। ਮਹਾਰਾਜ ਨੇ ਬਾਣੀ 'ਚ ਫਰਮਾਇਆ ਨਹੀਂ, ਇੱਕ ਖੇਨ ਪਾਲ ਵਿਸਰੈ ਤੂੰ ਸੁਆਮੀ, ਜਾਣੋ ਬਰਸ 50। ਇੱਕ ਪਲ, ਇੱਕ ਸਾਹ, ਅੱਖ ਝਮਕਣ ਜਿੰਨਾ ਸਮਾਂ ਵੀ ਅਗਰ ਮੈਂ ਤੇਰੇ ਤੋਂ ਵਿਛੜ ਜਾਵਾਂ ਤਾਂ ਮੈਨੂੰ ਲੱਗਦਾ ਜਿਵੇਂ 50 ਸਾਲ ਬੀਤ ਗਏ ਤੇਰੇ ਤੋਂ ਬਿਨਾਂ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ। ਮੇਰੇ ਲਈ ਤਾਂ ਉਦੋਂ ਹੀ ਕਲਯੁਗ ਹੈ ਜਦੋਂ ਮੈਂ ਤੇਰੇ ਤੋਂ ਟੁੱਟ ਜਾਂਦਾ। ਆਮ ਸਧਾਰਨ ਬਿਰਤੀ ਵਿੱਚ ਆਪਾਂ ਕਹਿੰਦੇ ਜੀ ਕਲਯੁਗ ਦਾ ਜ਼ੋਰ ਹੈ, ਕਲਯੁਗ ਦਾ ਵਕਤ ਹੈ, ਬੁਰਾਈ ਤਾਂ ਹੈ, ਪਾਪ ਤਾਂ ਹੈ, ਅਤਿਆਚਾਰ ਤਾਂ ਹੈ, ਕਲੇਸ਼ ਤਾਂ ਹੈ। ਕਲਯੁਗ, ਕਲਯੁਗ ਬਾਹਰ ਥੋੜ੍ਹੀ ਹੈ, ਸਾਡੇ ਅੰਦਰ ਹੈ। ਕਿਉਂਕਿ ਅਸੀਂ ਕਲਯੁਗ ਨੂੰ ਅਪਣਾਇਆ ਹੈ। ਸਤਿਗੁਰੂ ਮਹਾਰਾਜ ਫਰਮਾਉਂਦੇ ਨੇ, ਕਹਿੰਦੇ ਨੇ ਜੇ ਸੱਚ ਨਾਲ, ਜਦੋਂ ਸੱਚ ਨਾਲ ਪ੍ਰੇਮ ਪਾ ਲਿਆ ਜਾਏ, ਜਿਸ ਵਸਤੂ ਨਾਲ ਪ੍ਰੇਮ ਹੋ ਜਾਏ, ਉਸ ਵਸਤੂ ਤੋਂ ਬਿਨਾਂ ਜੀਵਿਆ ਨਹੀਂ ਜਾ ਸਕਦਾ। ਜਿਸ ਪਿਆਰੇ ਸਿਓ ਨੇ ਤਿਸੇ ਆਗੇ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਣਾ। ਉਸ ਤੋਂ ਬਿਨਾਂ ਜੀਣਾ ਫਟਕਾਰਯੋਗ ਹੋ ਜਾਂਦਾ। ਹਜ਼ੂਰ ਮਹਾਰਾਜ ਕਹਿੰਦੇ ਨੇ ਨਾਉ ਸੁਣ ਮਨ ਰਹੱਸੀਐ। ਇਸ ਦਾ ਉਚਾਰਨ ਰਹੱਸੀਏ ਨਹੀਂ, ਰਹੱਸੀਐ। ਰਹੱਸ ਦਾ ਅਰਥ ਹੁੰਦਾ ਹੈ ਟਿਕਣਾ, ਅਤੇ ਰਹੱਸ ਦਾ ਮਤਲਬ ਹੁੰਦਾ ਹੈ ਖਿੜਨਾ। ਸ਼ਾਂਤ
सहज रहस मन उपजियो। गुरु अर्जन साहब महाराज दीयां पंक्तियां ने, रसना गुण गोपाल निध गायण, शांत सहज रहस मन उपजियो। शांत का अर्थ है टिकाओ, सहज का मतलब है बैलेंस, तो रहस का अर्थ है खेड़ा। जे इत्थे भी रहस पढ़ांगे फिर तिन्ने इक्को अर्थ दे हो गए लफ्ज़। शांत सहज रहस मन उपजियो, सगले दुख पलायन। नाउ सुन मन रहसी है। परमेश्वर की सिफतो सलाह नूं सुन के मन खेड़े विच आ जाता है, विगास विच आ जाता है। अंदर कोई उदासी, कोई मायूसी, कोई ढहिंदी कला नहीं रहिंदी, खेड़ा वापर गया। आपां बनस्पति नूं वेखदे हां, एक रुੱਤ आउंदी है जदों इस दे पत्ते आदਿਕ सारे झड़ जाते हैं, खाली टाहणियां रह जांदियां ने। पर जिस वेले बसंत आउंदी है, बहार आउंदी है, नवीआं करूंबलां फुटदियां, नवां वेस, इहनूं महाराज ने कहा शाखा वेस करे। भी इउं प्रतीत हुंदा है जिवें किसी ने नवें नवेले वस्त्र पहन के हार शिंगार कर लिया होवे, उहदा सुहप्पण चमका मारदा है, अखां नूं चंगा लगदा है। नाउ सुन मन रहसी है। जदों मन अपने पुराने वेस भाव घसे पिटे ख्याल त्याग दिंदा, बुरे और मैले कुचीले ख्याल छड्ड दिंदा, उत्तम गुणां दा धारनी हो जाता है, इहदे ते नवां वेस आ जाता, एक खेड़े च आ जाता है, विगास विच रहिंदा है, आनंद विच विचरदा है। नाउ सुन मन रहसी है, तां पाए मोख द्वार। तदों फिरे विकारां तो, बुराई तो, अज्ञान तो खलासी हासिल करदा। मोख मुक्ति नूं कहंदे द्वार, रस्ता। तदों इहनूं मुक्त होने का रस्ता लभदा है, तदों ये फिर बंधन विचों आज़ाद होने का राह तलाश लैंदा है। वरना घूमण घेरी विच पिया रहिंदा, इहनूं रस्ता कोई नहीं लभदा भी मैं जावां किधर जावां, की करां। क्योंकि उस रस्ते नूं तलाशण दे प्रोसैस विच नहीं है। आपां जिस वेले बाणी नूं पढ़दे हां, बाणी नूं सुणदे हां, जां किसी दे बचन सुणीए तो ख्याल आउंदा मन च, इदां भी हो सकदा है। अगर वापरदा तो साडे नाल क्यों नहीं वापरदा। मैं भी तो बाणी पढ़दा, मैं भी तो गुरु कोल बैठा। जे ये उन्हां नाल वापरिया है जिन्हां दी आपां कथा करदे हां, गुण जिन्हां दीयां साखियां, मेरे नाल क्यों नहीं वापरदा? क्योंकि असी तलाश विच नहीं हाँ। वापरेगा तां जे तलाश च उस चीज़ की तो तलाश विच होवांगे तां ही वापरेगा ना। वो तलाश विच सानूं उन्हां ने रस्ता पा लिया, जो खोजै सो पावै। पाएगा तो वो जिहड़ा खोज विच है, जिहड़ा खोज विच ही नहीं वो किवें पाए। असी वो जीवन चाहुंदे ते हाँ, पर चाहुंदे आ भी इस तरह सानूं कोई गिफ्ट वांग दे जाए, इस तरह ही मिल जाए, आर्टिफिशियल मिल जाए। जे ना मिलिया तो घट्टो घट्ट ना मिले सही, दावा जरूर ठोकांगे भी साडे कोलों है। तो धार्मिक जगत विच ये दो चीज़ां चल रही हैं। पहली गल तो यह है भी सानू मिल जाए जी, किसी तरह कोई लिया के दे देवे, किसी कोलों मिल जाए। इस करके करन नालों वध कराउण दे विच यकीन है। पाठ करो घट, कराओ ज़्यादा, दूजा दे जाए। इस करके वो सारा कुछ जिहड़ा असीं आर्टिफिशियल मंगदे हाँ, चाहुंदे हाँ, मेरे लिए कोई करे और मैनू मिल जाए। दूजी चीज़ अगर ना भी मिले तो इक्को ही आखिरी हल रह जाता है भी दावा करो मेरे कोल है, सारे रब्बी गुण मेरे कोल ने, मैं पहुँचा होया हाँ। ये सारियां चीज़ां कि कोई गुरमुख आखे, कोई संत आखे, खुशी हुंदी है। माड़ा किनू लगता है? माड़ा लफ्ज़ कदे लगदा? ये दावा ही तो है। ये फिर आखिरी रास्ता है, इस तो अगे कोई रास्ता ही नहीं।
ਵੀ ਦੁਨੀਆ ਵਿੱਚ ਜੀਣਾ ਘੱਟੋ ਘੱਟ ਦਾਅਵਾ ਤੇ ਕਰੋ, ਬਾਕੀ ਰੱਬ ਨਾਲ ਵੇਖੀ ਜਾਏਗੀ। ਤੋ ਸਤਿਗੁਰੂ ਮਹਾਰਾਜ ਫਰਮਾਉਂਦੇ ਨੇ ਉਹ ਰਸਤਾ ਲੱਭਦਾ ਹੈ ਤਾਂ ਪਾਏ ਮੋਖ ਦਵਾਰ, ਤਦੋਂ ਮੋਖ ਰਸਤਾ ਮੁਕਤੀ ਦਾ ਮਾਰਗ ਉਹਨੂੰ ਮਿਲਦਾ ਹੈ, ਵਿਸ਼ਿਆਂ ਤੋਂ, ਅਗਿਆਨ ਤੋਂ, ਬੰਧਨਾਂ ਤੋਂ, ਮੰਦੇ ਸੰਸਕਾਰਾਂ ਤੋਂ, ਮੰਦੇ ਖਿਆਲਾਂ ਤੋਂ, ਭੈੜੀ ਜੀਵਨ ਜੁਗਤ ਤੋਂ। ਤਦੋਂ ਮੋਖ ਦਵਾਰ ਪਾਉਂਦਾ ਹੈ ਜਦੋਂ ਮਨ ਰਹਸੀ ਹੈ, ਮਨ ਖੇੜੇ ਵਿੱਚ ਹੋ, ਵਿਗਾਸ ਵਿੱਚ ਹੋਵੇ, ਰੱਬੀ ਗੁਣਾਂ ਦਾ ਆਨੰਦ ਮਾਣ ਰਿਹਾ ਹੋਵੇ। ਸੱਚ ਤਾਂ ਪਰ ਜਾਣੀਐ ਜਾਂ ਜੁਗਤ ਜਾਣੈ ਜੀਓ। ਮਹਾਰਾਜ ਕਹਿੰਦੇ ਨੇ ਤਦੋਂ ਸੱਚ ਨੂੰ ਜਾਣਿਆ ਸਮਝੋ। ਇਹ ਨਿਸ਼ਾਨੀ ਹੈ ਸੱਚ ਨੂੰ ਪਾ ਲੈਣ ਦੀ, ਜਦੋਂ ਮਨੁੱਖ, ਜਦੋਂ ਇਹ ਜੀਵ ਉਚੇਰੀ ਚੰਗੀ ਆਦਰਸ਼ਕ ਜੀਵਨ ਜੁਗਤ ਅਪਣਾ ਲਵੇ, ਜੀਵਨ ਜਿਉਣ ਦਾ ਢੰਗ ਅਪਣਾ ਲਵੇ। ਵੀ ਜੀਵਨ ਦਾ ਇੱਕ ਆਦਰਸ਼ ਮਤਲਬ ਵੀ ਇੱਕ ਆਦਰਸ਼ਕ ਜੀਵਨ ਜੀਣਾ, ਉਹਦਾ ਮਿਆਰ ਥੱਲੇ ਨਹੀਂ ਡਿੱਗਣ ਦੇਣਾ ਜੀਵਨ ਦਾ। ਮੇਰੇ ਜੀਵਨ ਦਾ ਇੱਕ ਮਿਆਰ ਹੈ ਤੇ ਉਹਦਾ ਮਿਆਰ ਥੱਲੇ ਨਹੀਂ ਡਿੱਗਣ ਦੇਣਾ। ਆਪਾਂ ਕਿਸੇ ਬਾਜ਼ਾਰ 'ਚ ਕੋਈ ਚੀਜ਼ ਖਰੀਦਣ ਜਾਈ, ਹੁਣ ਜੇ ਉਸ ਚੀਜ਼ ਦਾ ਰੇਟ $1000 ਹੈ ਤਾਂ ਅਸੀਂ ਉਹਨੂੰ ਕਹੀਏ ਵੀ ਤੂੰ ਸਾਨੂੰ $10 'ਚ ਦੇ ਸਕਦਾ, ਉਹ ਕਹਿੰਦਾ ਐਡੀ ਵੀ ਘਟੀਆ ਚੀਜ਼ ਨਹੀਂ ਹੈ ਜਿੰਨਾ ਤੁਸੀਂ ਇਹਦਾ ਰੇਟ ਲਾਈ ਜਾਂਦੇ ਹੋ। ਚੀਜ਼ ਤੇ ਵੇਖੋ। ਸੋਨੇ ਦੇ ਗਹਿਣੇ ਨੇ, ਹੀਰਿਆਂ ਦੀ ਦੁਕਾਨ ਹੈ, ਉੱਥੇ ਜਾ ਕੇ ਅਸੀਂ ਭਾਅ ਨਹੀਂ ਕਰਦੇ, ਹੁੰਦਾ ਹੀ ਨਹੀਂ। ਉਹ ਕਹਿੰਦਾ ਜੀ ਇੰਨਾ ਰੇਟ ਚੱਲ ਰਿਹਾ ਹੈ, ਇੰਨਾ ਇਹਦਾ ਰੇਟ ਹੈ। ਇਹ ਕੋਈ ਮਿੱਟੀ ਨਹੀਂ ਵੀ ਤੁਹਾਨੂੰ ਮੈਂ ਇਸ ਤਰ੍ਹਾਂ ਮੁੱਠ ਭਰ ਕੇ ਫੜਾ ਦਿਆਂ। ਇਹ ਕੋਈ ਰਾਹ 'ਚ ਪਏ ਪੱਥਰ ਨਹੀਂ, ਹੀਰੇ ਨੇ। ਵੇਖੋ ਤੇ ਸਹੀ ਇਹਨਾਂ ਨੂੰ ਕਿੰਨਾ ਸਜਾ ਕੇ ਰੱਖਿਆ ਹੋਇਆ ਹੈ, ਕਿੰਨੀ ਸਿਕਿਉਰਿਟੀ ਦੇ ਵਿੱਚ ਰੱਖੇ ਹੋਏ ਨੇ। ਤੁਸੀਂ ਸ਼ੀਸ਼ੇ ਦੇ ਵਿੱਚ ਦੀ ਵੇਖਦੇ ਹੋ ਉਹਨਾਂ ਨੂੰ। ਅਤੇ ਹੁਣ ਗਹਿਣਾ $1000 ਦਾ ਹੋਵੇ ਅਤੇ ਆਪਾਂ ਕਿ 50 'ਚ ਦੇ ਦਿਓਗੇ। ਉਹ ਕਹੇਗਾ ਜੀ ਤੁਸੀਂ ਜਾਓ, ਮੇਰਾ ਸਮਾਂ ਖਰਾਬ ਨਾ ਕਰੋ। ਇਹ ਕੋਈ ਥੋਕ ਦਾ ਸਮਾਨ ਨਹੀਂ ਜਿਹੜਾ ਤੁਸੀਂ ਖਰੀਦਣਾ ਹੋਵੇ। ਤੁਹਾਨੂੰ $50 'ਚ ਇਸ ਤਰ੍ਹਾਂ $50 'ਚ ਸੋਨਾ ਵਿਕਣ ਲੱਗੇ, ਸੋਨੇ ਦੇ ਬਿਸਕਿਟ, ਕੀਮਤੀ ਹੀਰੇ ਵਿਕਣ ਲੱਗਣ, ਅਤੇ ਇਹਨਾਂ ਦੀ ਕੀਮਤ ਕੀ ਹੈ ਫਿਰ ਤਾਂ ਸੜਕਾਂ 'ਤੇ ਰੁਲਦੇ ਮਿਲਣ ਤੁਹਾਨੂੰ। ਇਹਦਾ ਇੱਕ ਮਿਆਰ ਹੈ, ਇੱਕ ਲੈਵਲ ਹੈ। ਅਗਰ ਤੁਸੀਂ ਉਸ ਲੈਵਲ ਦੇ ਨਹੀਂ ਹੋ ਤਾਂ ਤੁਹਾਨੂੰ ਅਧਿਕਾਰ ਨਹੀਂ ਵੀ ਤੁਸੀਂ ਆਖੋ ਵੀ ਹੀਰਾ ਜਿਹੜਾ ਉਹ $10 ਦਾ ਵਿਕਣਾ ਚਾਹੀਦਾ ਹੈ। ਤੁਹਾਡਾ ਮਿਆਰ ਨਹੀਂ ਖਰੀਦਣ ਦਾ, ਤੁਸੀਂ ਨਾ ਖਰੀਦੋ। ਪਰ ਇਹਦਾ ਇੰਨਾ ਮਿਆਰ ਹੈ, ਜਿਹਦੀ ਜੇਬ ਚੱਲੇਗੀ ਉਹ ਖਰੀਦੇਗਾ। ਜੁਗਤ ਜਾਣੇ ਜੀਓ, ਜੀਵਨ ਦਾ ਜਿਸ ਨੇ ਮਿਆਰ ਸਿਰਜ ਲਿਆ ਵੀ ਆਹ ਮੇਰੇ ਅਸੂਲ ਨੇ, ਆਹ ਨਿਯਮ ਨੇ, ਆਹ ਮੇਰਾ ਮਿਆਰ ਹੈ, ਉਹ ਫਿਰ ਥੱਲੇ ਨਹੀਂ ਡਿੱਗਦਾ। ਤਦੋਂ ਜਾਣਿਆ ਸਮਝੋ ਵੀ ਇਹ ਬੰਦਾ ਸੱਚ ਨਾਲ ਜੁੜਿਆ ਹੋਇਆ, ਉਹ ਰੱਬੀ ਗੁਣਾਂ ਦਾ ਪੱਲਾ ਨਹੀਂ ਛੱਡਦਾ। ਪਾਤਸ਼ਾਹ ਕਹਿੰਦੇ ਨੇ ਧਰਤ ਕਾਇਆ ਸਾਧਕ ਹੈ। ਉਹ ਜੀਵ ਕੀ ਕਰਦਾ ਹੈ, ਉਹਦੀ ਕਰਨੀ ਦੇ ਵਿੱਚੋਂ ਝਲਕਦਾ ਵੀ ਉਹ ਸੱਚ ਨੂੰ ਜਾਣਦਾ ਹੈ। ਅਤੇ ਉਹਦੀ ਕਰਨੀ ਕੀ ਹੈ? ਜਿਵੇਂ ਕਿਸਾਨ ਜ਼ਮੀਨ ਨੂੰ ਵਾਹ ਕੇ ਵੱਤਰ ਯੋਗ ਬਣਾਉਂਦਾ ਹੈ, ਬੀਜਣ ਯੋਗ ਬਣਾਉਂਦਾ ਹੈ, ਫਿਰ ਉਹਦੇ ਵਿੱਚ ਬੀਜ ਪਾਉਂਦਾ ਹੈ। ਉਹਨੂੰ ਪਤਾ ਹੈ ਵੀ ਜ਼ਮੀਨ ਤਿਆਰ ਕੀਤੇ ਬਿਨਾਂ ਇਹਦੇ 'ਚ ਬੀਜ ਨਹੀਂ ਸੁੱਟਿਆ ਜਾ ਸਕਦਾ, ਫਸਲ ਨਹੀਂ ਬੀਜੀ ਜਾ ਸਕਦੀ। ਇਸੇ ਤਰ੍ਹਾਂ ਆਪਣੀ ਧਰਤੀ, ਇਹ ਕਾਇਆ ਰੂਪ ਧਰਤੀ ਨੂੰ ਸਾਧਦਾ ਰਹਿੰਦਾ, ਜਾਨੀ ਆਪਣੇ ਆਪ ਵਿੱਚ ਸੁਧਾਰ ਕਰਦਾ ਰਹਿੰਦਾ। ਸੈਲਫ ਪ੍ਰੈਕਟਿਸ ਇਹਨੂੰ ਕਹਿੰਦੇ ਨੇ, ਸੈਲਫ ਪ੍ਰੈਕਟਿਸ। ਅਸੀਂ ਚਾਹੁੰਦੇ ਹਾਂ ਸਾਰਾ ਜ਼ਮਾਨਾ ਗੁਰਮੁਖ ਬਣੇ, ਅਤੇ ਮੈਨੂੰ ਕੋਈ ਪੁੱਛੇ ਤੁਸੀਂ, ਮੈਂ ਮਗਰੋਂ ਸਲਾਹ ਕਰਾਂਗਾ, ਪਹਿਲਾਂ ਬਾਕੀ ਤਾਂ ਬਣਨ, ਬਾਕੀ ਧਰਮੀ ਬਣ ਜਾਣ, ਫਿਰ ਮੈਂ ਸੋਚਾਂਗਾ ਕਿ ਠੀਕ ਹੈ ਇਹ ਬਣਨਾ ਕਿ ਨਹੀਂ ਬਣਨਾ। ਕਿਉਂਕਿ ਉਹ ਚੀਜ਼ ਨੂੰ ਅਸੀਂ, ਜਿਹੜੀ ਸੈਲਫ ਪ੍ਰੈਕਟਿਸ ਹੈ ਉਹਦੇ ਤੋਂ ਜੀ, ਪਾਠ ਕਰਨ ਦਾ ਅਰਥ ਹੀ ਸੈਲਫ ਪ੍ਰੈਕਟਿਸ ਹੈ। ਆਪਾਂ ਜਦੋਂ ਕਹਿੰਦੇ ਹਾਂ ਨਿਤਨੇਮ ਕਰਨਾ, ਇਹ ਕੋਈ ਡੰਗ ਸਾਰਨਾ ਨਹੀਂ ਹੈ। ਠੀਕ ਹੈ, ਸਾਡਾ ਚਲਣ ਬਣ ਗਿਆ, ਹੁਣ ਸਾਨੂੰ ਬੰਦਾ ਨਿਤਨੇਮ ਕਰਦਾ ਦਿਸਦਾ ਚਾਹੀਦਾ, ਜਾਂ ਇਉਂ ਕਹਿ ਲਓ ਵੀ ਮੈਂ ਕਰ ਰਿਹਾ ਹੋਵਾਂ ਅਤੇ ਮੈਨੂੰ ਖੁਦ ਫੀਲ ਹੁੰਦਾ ਵੀ ਚਲੋ ਇੱਕ ਕੰਮ ਤਾਂ ਨਿਬੜਿਆ ਸਾਰੇ ਦਿਨ ਦਾ। ਬੇਸਿਕਲੀ ਉਹ ਸੈਲਫ ਟੀਚਿੰਗ ਹੈ, ਸੈਲਫ ਪ੍ਰੈਕਟਿਸ ਹੈ, ਨਿੱਜੀ ਅਭਿਆਸ ਹੈ, ਆਪਣੇ ਆਪ ਲਈ ਹੈ, ਮੇਰੇ ਲਈ, ਮੇਰੇ ਆਪਣੇ ਆਪ ਲਈ।
ਮੈਂ ਆਪਣੇ ਜੀਵਨ ਨੂੰ ਸਾਧਣ ਵਾਸਤੇ ਐਸਾ ਕਰ ਰਿਹਾ ਹਾਂ। ਫਿਰ ਉਹ ਕਿਸੇ ਖਾਤੇ ਵਿੱਚ ਆਉਂਦਾ ਹੈ, ਕਿਸੇ ਲੇਖੇ 'ਚ ਆਉਂਦਾ ਹੈ, ਉਹਦਾ ਕੋਈ ਆਨੰਦ ਹੈ, ਉਹਦਾ ਕੋਈ ਸਵਾਦ ਹੈ। ਇਵੇਂ ਕਰਕੇ ਵੇਖੀਏ, ਭਾਵੇਂ ਤੁਸੀਂ ਥੋੜ੍ਹਾ ਸਮਾਂ ਹੀ ਕਰਨਾ, ਇਵੇਂ ਕਰਕੇ ਵੇਖੋ। ਇਵੇਂ ਮਹਿਸੂਸ ਹੋਏਗਾ ਵੀ ਜਿਵੇਂ ਕੋਈ ਡੋਜ਼ ਮਿਲ ਰਹੀ ਹੈ, ਕੋਈ ਖੁਰਾਕ ਮਿਲ ਰਹੀ ਹੈ। ਪਾਤਸ਼ਾਹ ਕਹਿੰਦੇ ਨੇ ਉਹ ਆਪਣੇ ਸਰੀਰ ਦੀ ਜੀਵਨ ਦੀ ਧਰਤੀ ਨੂੰ ਸਾਧਦਾ ਰਹਿੰਦਾ, ਯੋਗ ਬਣਾਉਂਦਾ ਰਹਿੰਦਾ ਹੈ, ਅਤੇ ਉਹਦੇ ਵਿੱਚ ਕਰਤਾ ਵੀ ਉਹ ਨਾਮ ਦਾ, ਕਰਤੇ ਦੇ ਨਾਮ ਦਾ, ਵਾਹਿਗੁਰੂ ਦੀ ਸਿਫਤ ਦਾ ਬੀਜ ਬੀਜਦਾ ਰਹਿੰਦਾ। ਭਾਵ ਰੱਬੀ ਗੁਣਾਂ ਦਾ ਅਭਿਆਸ ਅਤੇ ਪ੍ਰੈਕਟਿਸ ਕਰਦਾ ਰਹਿੰਦਾ ਹੈ ਸਾਰੇ ਜੀਵਨ ਵਿੱਚ। ਸੱਚ ਤਾਂ ਪਰ ਜਾਣੀਏ ਜਾਂ ਸਿੱਖ ਸੱਚੀ ਲੈ, ਤਦੋਂ ਸੱਚ ਨੂੰ ਜਾਣਿਆ ਸਮਝੋ ਜਦੋਂ ਗੁਰੂ ਦੀ ਸੱਚੀ ਸਿੱਖਿਆ ਨੂੰ ਅਸੀਂ ਗ੍ਰਹਿਣ ਕਰਨ ਦੀ ਜਿਗਿਆਸਾ ਪਾੜ ਲਈਏ। ਦਇਆ ਜਾਣੈ ਜੀ ਕੀ, ਅਤੇ ਉਹ ਸੱਚੀ ਸਿੱਖਿਆ ਨੂੰ ਗ੍ਰਹਿਣ ਕਰਕੇ ਜੀਵਨ ਕਿਹੋ ਜਿਹਾ ਹੁੰਦਾ ਹੈ, ਸਾਡੇ ਅੰਦਰ ਦੂਸਰਿਆਂ ਪ੍ਰਤੀ ਦਇਆ ਆਉਂਦੀ ਹੈ, ਕਠੋਰਤਾ ਨਹੀਂ ਆਉਂਦੀ, ਦਇਆ ਆ ਜਾਂਦੀ ਹੈ, ਭਲਾ ਆ ਜਾਂਦਾ ਹੈ, ਪਰਉਪਕਾਰ ਆ ਜਾਂਦਾ ਹੈ। ਕਿਛ ਪੁੰਨ ਦਾਨ ਕਰੇ, ਫਿਰ ਜੀਵ ਆਪਣੇ ਹੱਥੋਂ ਕਿਸੇ ਦਾ ਭਲਾ ਕਰਦਾ, ਕਿਸੇ ਨੂੰ ਕੁਝ ਦੇਵੇਗਾ, ਖੋਏਗਾ ਨਹੀਂ, ਨੱਪੇਗਾ ਨਹੀਂ। ਕਿਛ ਪੁੰਨ ਦਾਨ ਕਰੇ, ਜਿਸ ਨੂੰ ਭਾਈ ਗੁਰਦਾਸ ਜੀ ਹੱਥੋਂ ਦੇ ਕੇ ਭਲਾ ਮਨਾਵੇ ਕਹਿੰਦੇ। ਫਿਰ ਹਜ਼ੂਰ ਕਹਿੰਦੇ ਸੱਚ ਤਾਂ ਪਰ ਜਾਣੀਐ ਜਾਂ ਆਤਮ ਤੀਰਥ ਕਰੇ ਨਿਵਾਸ। ਆਪਣੇ ਆਤਮਾ ਰੂਪੀ, ਅੰਤਰ ਆਤਮਾ ਰੂਪੀ ਤੀਰਥ ਉੱਤੇ ਨਿਵਾਸ ਕਰ ਲਏ। ਭਾਵ ਉਹ ਅੰਦਰ ਦੇ ਅੰਤਰਗਤ ਤੀਰਥ ਮਲ ਨਹਾਓ, ਉਹ ਅੰਦਰ ਦੇ ਤੀਰਥ ਉੱਤੇ ਨਹਾਵੇ, ਤਦੋਂ ਜਾਣਿਆ ਸਮਝੋ ਵੀ ਉਹਨੇ ਸੱਚ ਨੂੰ ਜਾਣ ਲਿਆ। ਸਤਿਗੁਰੂ ਨੂੰ ਪੁੱਛ ਕੇ, ਪਰ ਇਸ ਤੀਰਥ ਦਾ ਰਸਤਾ ਉਹ ਕਿਹਨੂੰ ਪੁੱਛਦਾ? ਸਤਿਗੁਰੂ ਨੂੰ, ਕਿਉਂਕਿ ਇਸ ਤੀਰਥ ਦੀ ਸੋਝੀ ਤਾਂ ਸਤਿਗੁਰੂ ਹੀ ਦੇ ਸਕਦਾ ਹੈ ਨਾ। ਤੀਰਥ ਨਹਾਵਣ ਜਾਉ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ, ਅੰਤਰ ਗਿਆਨ ਹੈ। ਬਹਿ ਰਹਿ, ਫਿਰ ਗੁਰੂ ਦੀ ਸਿੱਖਿਆ ਲੈ ਕੇ, ਮੱਤ ਲੈ ਕੇ ਉਹ ਅੰਦਰ ਦੇ ਤੀਰਥ ਉੱਤੇ ਟਿਕਿਆ ਰਹਿੰਦਾ ਹੈ। ਕਰੇ ਨਿਵਾਸ ਸਦਾ ਉਹਦਾ, ਜਿਹਨੂੰ ਨਿੱਜ ਘਰ ਮਹਿਲ ਪਾਵੋ, ਮਹਾਰਾਜ ਨੇ ਲਿਖਿਆ, ਅੰਤਰਾਤਮੇ ਵਿੱਚ ਉਹ ਵਾਸਾ ਕਰ ਲੈਂਦਾ। ਭਾਵ ਟਿਕ ਜਾਂਦਾ, ਮਨ ਰੇ ਥਿਰ ਰਹੋ, ਮਤ ਕਤ ਜਾਹੀ ਜੀਓ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ। ਹਜ਼ੂਰ ਕਹਿੰਦੇ ਨੇ ਭਾਈ ਸੱਚ ਹੀ ਸਾਰੇ ਰੋਗਾਂ ਦਾ ਇਲਾਜ ਹੈ। ਦਾਰੂ ਦਾ ਮਤਲਬ ਦਵਾਈ ਹੈ, ਹੱਲ ਹੈ। ਸਾਰੇ ਪਾਪ ਅੰਦਰੋਂ ਧੋ ਕੇ ਕੱਢ ਦਿੰਦਾ ਹੈ। ਪਾਪ, ਮੈਲ, ਵਿਕਾਰ, ਵਾਸ਼ਨਾ, ਮੰਦੇ ਖਿਆਲ, ਸਾਰੇ ਫੁਰਨੇ ਅੰਦਰੋਂ ਕੱਢ ਦਿੰਦਾ ਹੈ। ਸੱਚ ਤੋਂ ਬਿਨਾਂ ਕੋਈ ਦਾਰੂ ਨਹੀਂ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ, ਜਿਨ ਸੱਚ ਪੱਲੇ ਹੋਏ। ਇਹ ਉੱਪਰਲੀਆਂ ਨਿਸ਼ਾਨੀਆਂ ਉਹਨਾਂ 'ਚ ਆਉਂਦੀਆਂ ਨੇ। ਗੁਰੂ ਦੇਵ ਕਹਿੰਦੇ ਨੇ ਮੈਂ ਬੇਨਤੀ ਵਖਾਣਦਾ ਹਾਂ, ਬਿਨੈ ਕਰਦਾ ਹਾਂ, ਜਿਨ ਸੱਚ ਪੱਲੇ ਹੋਏ। ਇਹ ਜੀਵਨ ਉਹਨਾਂ ਨੂੰ ਮਿਲਦਾ ਜਿਨ੍ਹਾਂ ਦੇ ਪੱਲੇ ਸੱਚ ਦੀ ਕਣੀ ਹੈ, ਜਿਨ੍ਹਾਂ ਕੋਲ ਸੱਚ ਹੈ, ਜਿਨ੍ਹਾਂ ਦੇ ਪੱਲੇ ਵਿੱਚ ਪਰਮੇਸ਼ਰ ਦੀ ਯਾਦ ਹੈ। ਉਹਨਾਂ ਨੂੰ ਇਹ ਉਪਰੋਕਤ ਜੋ ਸਾਰੇ ਸ਼ਲੋਕ ਵਿੱਚ ਜੀਵਨ ਦੱਸਿਆ, ਉਸ ਦੀ ਪ੍ਰਾਪਤੀ ਹੋ ਜਾਂਦੀ ਹੈ। ਗੁਰੂ ਦੇਵ ਕਿਰਪਾ ਕਰਨ। ਭੁੱਲ ਚੁੱਕ ਦੀ ਖਿਮਾ, ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।